ਯਾਦਵਿੰਦਰ ਜੀ, ਘਰ ਘਰ ਰੁਜ਼ਗਾਰ ਦੇ ਵਾਅਦੇ ਤਾਂ ਹੁੰਦੇ ਨੇ, ਪਰ ਧਰਨੇ ਮੁਜ਼ਾਹਰੇ ਫਿਰ ਕਿਉਂ ਲੱਗਦੇ ਨੇ? ਨੌਕਰੀ ਦਾ ਆਪਾਂ ਨੂੰ ਪਤਾ, ਜਿਹੜੀ ਸਰਕਾਰ ਆ ਗਈ ਉਹਨੇ ਆ ਕੇ ਨਹੀਂ ਕੱਢਣੀ ਆ। ਉਹਨੇ ਕੀ ਕਰਨਾ, ਜਦੋਂ ਸਰਕਾਰ ਬਿਲਕੁਲ ਐ ਚੋਣਾਂ ਦੇ ਨੇੜੇ ਕੱਢਣੀ ਆ ਤਾਂ ਕਿ ਲੋਕ ਖੁਸ਼ ਹੋ ਜਾਣ। ਇਹ ਹਰ ਸਰਕਾਰ ਕਰਦੀ ਆ, ਅਕਾਲੀ ਸਰਕਾਰ ਟਾਈਮ ਵੀ, ਕੈਪਟਨ ਟਾਈਮ ਵੀ। ਨੌਕਰੀਆਂ ਕੱਢੀਆਂ ਵੀ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਨੌਕਰੀਆਂ 'ਚ ਜਿੰਨੀਆਂ ਗੜਬੜਾਂ ਹੋਈਆਂ ਉਹਦੇ 'ਚੋਂ ਬਹੁਤ ਸਾਰੀਆਂ ਕੈਂਸਲ ਕੀਤੀਆਂ ਗਈਆਂ। ਬੱਚਿਆਂ ਦੀਆਂ ਬਹੁਤ ਕਾਲਾਂ ਆਈਆਂ ਔਰ ਲਿਖ ਕੇ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਭੇਜੀਆਂ ਨੇ ਕਿ ਸਾਨੂੰ ਜੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ, ਸਾਡੀ ਉਮਰ ਲੰਘ ਜਾਏਗੀ। ਜੇ ਸਾਡੀ ਉਮਰ ਲੰਘ ਗਈ ਤਾਂ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ? ਕੀ ਸਰਕਾਰ ਉਮਰ ਵਧਾ ਦੇਗੀ? ਸਰਕਾਰੀ ਨੌਕਰੀ ਅੱਜ ਦੇ ਟਾਈਮ ਜਿਹੜੀ ਲੈਣ ਲਈ ਤਪ ਕਰਨਾ ਪੈਂਦਾ, ਯਾਨੀ ਤੁਹਾਨੂੰ ਸਭ ਕੁਝ ਛੱਡਣਾ ਪੈਂਦਾ, ਸੋਸ਼ਲ ਮੀਡੀਆ ਤੋਂ ਲੈ ਕੇ ਹਰ ਚੀਜ਼। ਮੈਂ UPSC ਦੀ ਤਿਆਰੀ ਕਰਦੇ ਆਪਣੇ ਦੋਸਤ ਦੇਖੇ ਨੇ, ਮੰਨ ਲਓ 2 ਮਹੀਨਿਆਂ 'ਚ ਕਿਸੇ ਦੀ ਉਮਰ ਲੰਘਦੀ ਹੋਵੇ, ਉਹਦਾ ਜਵਾਬ ਦੇ ਕਿਉਂ ਹੋਏਗਾ? ਉਹਦੇ ਲਈ ਤਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਚਲਾ ਗਿਆ। ਇੱਕ ਇਹ ਵੀ ਸਵਾਲ ਵਾਰ-ਵਾਰ ਉੱਠਦਾ ਕਿ ਜਿਹੜਾ ਪੇਪਰਾਂ ਦਾ ਪੈਟਰਨ ਆ ਉਹਦੇ 'ਚ ਪਾਰਦਰਸ਼ਤਾ ਨਹੀਂ। ਕਈ ਪੇਪਰਾਂ 'ਚ ਹੋਈਆਂ ਨੇ, ਇੱਕ ਪੇਪਰ 'ਚ ਨਹੀਂ ਹੋਈਆਂ। ਸਬ ਇੰਸਪੈਕਟਰ ਵਾਲੇ 'ਚ ਸਵਾਲ ਉੱਠੇ, ਹੋਰ ਬਹੁਤ ਸਾਰਿਆਂ 'ਚ ਸਵਾਲ ਉੱਠੇ। ਜਿਵੇਂ TCS ਆ, ਜਿਹੜੀ ਟਾਟਾ ਦੀ ਕੰਪਨੀ ਆ, ਉਹ ਲੈਂਦੀ ਹੈ ਪੇਪਰ। ਉਹਦੇ ਬਾਰੇ ਵੀ ਬੱਚੇ ਸਵਾਲ ਖੜੇ ਕਰਦੇ ਆ ਕਿ ਨਹੀਂ, ਇਹ ਕਿਉਂ ਲੈਂਦੀ ਹੈ? ਕਿ ਸਰਕਾਰ ਕੋਲੇ ਅਮਲਾ ਫੈਲਾ ਮੁੱਕ ਗਿਆ? ਵੈਲਫੇਅਰ ਸਟੇਟ ਦਾ ਕੰਮ ਹੈ ਕਿ ਉਹ ਆਪਣੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਵੇ। ਤਾਂ ਉਹ ਜ਼ਰੂਰੀ ਹੈ ਕਿ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਇਹ ਸਾਰੇ ਮਸਲੇ, ਜਿਹੜੀਆਂ ਭਰਤੀਆਂ ਰੱਦ ਹੋਈਆਂ ਪਿਛਲੇ ਦੌਰ 'ਚ, ਉਹ ਸਾਰੀਆਂ ਭਰਤੀਆਂ ਦੁਬਾਰਾ ਕੱਢ ਕੇ ਉਹਨਾਂ ਨੂੰ ਕਿਵੇਂ ਪੂਰਿਆ ਜਾ ਸਕਦਾ ਹੈਗਾ, ਕਿੰਨੀ ਜਲਦੀ ਉਹਦਾ ਪ੍ਰੋਸੈਸ ਚਲਾਇਆ ਜਾਵੇ। ਉਹ ਸਰਕਾਰ ਕੋਲੇ ਜੇ ਵਿਲ ਪਾਵਰ ਹੋਵੇ ਨਾ, ਕੁਝ ਵੀ ਔਖਾ ਨਹੀਂ ਹੁੰਦਾ। ਸਟੇਟ ਇੱਕੋ ਚੀਜ਼ ਹੁੰਦੀ ਹੈ, ਜੇ ਵਿਲ ਪਾਵਰ ਆ, ਤੁਹਾਡੀ ਇੱਛਾ ਸ਼ਕਤੀ ਹੈ ਨਾ, ਤਾਂ ਮਿੰਟੋ ਮਿੰਟ ਗੱਲਾਂ ਹੋ ਜਾਂਦੀਆਂ ਨੇ, ਕਿਉਂਕਿ ਇੱਕ ਆਰਡਰ 'ਤੇ ਗੱਲ ਹੋਣੀ ਹੁੰਦੀ ਹੈ ਤੁਹਾਡੇ 'ਤੇ। ਰਾਖਵਾਂਕਰਨ ਨੂੰ ਲੈ ਕੇ ਵੀ ਵਾਰ-ਵਾਰ ਗੱਲ ਉੱਠਦੀ ਹੈ ਕਿ ਪੰਜਾਬੀਆਂ ਦਾ ਇੰਨੇ ਪ੍ਰਤੀਸ਼ਤ ਰਾਖਵਾਂਕਰਨ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ। ਅੱਜ ਵੀ ਕਿਸਾਨਾਂ ਦੇ ਨਾਲ ਜਦੋਂ ਮੀਟਿੰਗ ਹੁੰਦੀ ਹੈ CM ਦੀ, ਉਹਦੇ 'ਚ ਵੀ ਕਿਸਾਨ ਕਹਿੰਦੇ ਨੇ ਕਿ 80% ਰਾਖਵਾਂਕਰਨ ਦਿੱਤਾ ਜਾਵੇ। CM ਮੰਨਦੇ ਵੀ ਨੇ, ਲੱਗਦਾ ਲਾਗੂ ਹੋਊਗਾ ਫੈਸਲਾ। ਫੈਡਰਲ ਸਟਰਕਚਰ ਦੇ ਅੰਦਰ ਰਾਜਾਂ ਦਾ ਕਿਉਂ ਉਹ ਹੈਗਾ ਕਿ ਰਾਜਾਂ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਰਾਜਾਂ 'ਚ ਰਹਿਣ, ਯਾਨੀ ਉਹਨਾਂ ਦੀ ਨੁਮਾਇੰਦਗੀ ਜ਼ਿਆਦਾ ਰਹੇ। ਸਕਿਲਡ ਲੇਬਰ ਆ ਜੀ, ਇਹਦਾ ਕ੍ਰਾਈਸਿਸ ਕਿਤੇ ਖੜਾ ਨਾ ਹੋ ਜਾਵੇ। ਸਾਡੀ ਇੰਡਸਟਰੀ ਨੂੰ, ਸਾਡੇ ਖੇਤਾਂ 'ਚ ਵੀ ਆਪਾਂ ਦੇਖਦੇ ਹਾਂ ਕਿੰਨੇ ਲੋਕ ਆਉਂਦੇ ਨੇ ਕੰਮ ਕਰਨ। ਤਾਂ ਇਹੋ ਜਿਹਾ ਰੂਲ ਨਾ ਬਣਾ ਦਿੱਤਾ ਜਾਵੇ ਕਿ ਰੂਲ 'ਚ ਉਲਝਾਈ ਰੱਖੋ ਤੁਸੀਂ ਬੰਦਿਆਂ ਨੂੰ। ਕੱਲ੍ਹ ਨੂੰ ਚੰਡੀਗੜ੍ਹ ਜਦੋਂ ਬਣਿਆ 60-40 ਦੀ ਰੇਸ਼ੋ ਵਾਲਾ ਬਣਿਆ ਕਿ 40 ਹਰਿਆਣੇ ਦਾ, 60 ਪੰਜਾਬ ਦਾ। ਬਾਅਦ 'ਚੋਂ ਇਗਨੋਰ ਕਰਕੇ ਇੱਥੇ ਤੇ ਪੰਜਾਬ ਦੇ ਜਿਹੜਾ ਨਿਯਮਾਂ ਦੀਆਂ ਧੱਜੀਆਂ ਉੱਡ ਗਈਆਂ। ਇੱਥੋਂ ਦੇ ਲੋਕਾਂ ਨੂੰ ਇਹ ਨਾ ਮਹਿਸੂਸ ਹੋਵੇ ਯਾਰ ਸਾਡੀ ਹੀ ਸਟੇਟ 'ਚ ਅਸੀਂ ਆਪਣੇ ਘਰੇ ਹੀ ਇਗਨੋਰ ਹੋ ਗਏ। ਸਰਕਾਰਾਂ ਦਾਅਵੇ ਤਾਂ ਕਰਦੀਆਂ ਨੇ ਘਰ ਘਰ ਨੌਕਰੀ ਦਾ, ਘਰ ਘਰ ਰੁਜ਼ਗਾਰ ਦਾ, ਪਰ ਉਹ ਦਾਅਵੇ ਤੇ ਵਾਅਦੇ ਝੂਠੇ ਕਿਉਂ ਹੋ ਜਾਂਦੇ ਆ? ਇਸੇ ਨੂੰ ਕਰਾਂਗੇ ਡੀਕੋਡ ਸਾਡੇ ਪ੍ਰੋਗਰਾਮ ਰਾਜਨੀਤੀ ਡੀਕੋਡ ਵਿੱਚ। ਯਾਦਵਿੰਦਰ ਜੀ, ਘਰ ਘਰ ਰੁਜ਼ਗਾਰ ਦੇ ਵਾਅਦੇ ਤਾਂ ਹੁੰਦੇ ਨੇ, ਪਰ ਧਰਨੇ ਮੁਜ਼ਾਹਰੇ ਫਿਰ ਕਿਉਂ ਲੱਗਦੇ ਨੇ? ਦੇਖੋ, ਇੱਕ ਤਾਂ ਪਿਛਲੇ ਦਿਨਾਂ ਤੋਂ ਸਰਕਾਰ ਲਗਾਤਾਰ ਕਹਿ ਰਹੀ ਹੈ ਨੌਕਰੀਆਂ ਦੇ ਗੱਫੇ। ਨੌਕਰੀਆਂ ਕੱਢੀਆਂ ਵੀ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਨੌਕਰੀਆਂ 'ਚ ਜਿੰਨੀਆਂ ਗੜਬੜਾਂ ਹੋਈਆਂ ਉਹਦੇ 'ਚੋਂ ਬਹੁਤ ਸਾਰੀਆਂ ਕੈਂਸਲ ਕੀਤੀਆਂ ਗਈਆਂ ਔਰ ਜਿਹੜੀਆਂ ਕੈਂਸਲ ਕੀਤੀਆਂ ਗਈਆਂ ਉਹਨਾਂ ਦੇ ਪੇਪਰ ਦੁਬਾਰਾ ਨਹੀਂ ਹੋਏ। ਬਹੁਤ ਵੱਡੇ ਪੱਧਰ 'ਤੇ ਪੰਜਾਬ ਦੇ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਨੇ ਪੇਪਰ ਦਿੱਤੇ, ਉਹਨਾਂ 'ਚ ਰੋਸ ਆ। ਸਾਨੂੰ ਬਹੁਤ ਸਾਰੇ ਸਟੂਡੈਂਟਾਂ ਦਾ, ਇੱਕ ਦਾ ਨਹੀਂ, ਬਹੁਤ ਸਾਰੇ ਸਟੂਡੈਂਟਾਂ ਦੀਆਂ ਕਾਲਾਂ ਆਈਆਂ ਕਿ ਤੁਸੀਂ ਇਹ ਮੁੱਦੇ ਨੂੰ ਉਠਾਓ। ਇਸੇ ਕਰਕੇ ਅਸੀਂ ਇਹ ਮੁੱਦੇ ਨੂੰ ਉਠਾ ਰਹੇ ਹਾਂ ਉਹਨਾਂ ਦੇ ਨੂੰ, ਤਾਂ ਕਿ ਪਤਾ ਲੱਗੇ, ਸਰਕਾਰ ਤੱਕ ਗੱਲ ਪਹੁੰਚੇ। ਜਿਵੇਂ ਉਹਨਾਂ ਨੇ ਕਿਹਾ, ਸਬ ਇੰਸਪੈਕਟਰ ਦਾ ਜਿਹੜਾ ਇੰਟੈਲੀਜੈਂਸ ਕਾਡਰ ਤੇ ਆਰਮਡ ਦਾ ਜਿਹੜਾ ਪੇਪਰ ਸੀਗਾ ਉਹ ਅਜੇ ਪੈਂਡਿੰਗ ਪੇਪਰ ਪਿਆ ਹੈਗਾ। ਸਬ ਇੰਸਪੈਕਟਰ ਦਾ ਟੈਕਨੀਕਲ ਤੇ ਸਰਵਿਸ, ਸਪੋਰਟ ਸਰਵਿਸ ਦਾ ਸੀ ਸਟਾਫ ਦਾ, ਉਹ ਅਜੇ ਪੈਂਡਿੰਗ ਪਿਆ। ਕਾਂਸਟੇਬਲ ਦਾ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਕਾਡਰ ਦਾ ਪਿਆ। ਹੈੱਡ ਕਾਂਸਟੇਬਲ ਇਨ ਟੈਕਨੀਕਲ ਤੇ ਸਪੋਰਟ ਸਰਵਿਸ ਸਟਾਫ ਦਾ ਪਿਆ। ਹੈੱਡ ਕਾਂਸਟੇਬਲ ਦਾ ਪਿਆ। ਨਾਇਬ ਤਹਿਸੀਲਦਾਰ ਦਾ ਪਿਆ। ਜੂਨੀਅਰ ਰੇਂਜਰ ਦੇ ਜਿਹੜੇ ਪੈਂਡਿੰਗ ਪੇਪਰ ਨੇ। ਇਹ ਵੱਡਾ ਇਤਰਾਜ਼ ਆ। ਉਹਨਾਂ ਬੱਚਿਆਂ ਨੇ ਸਾਨੂੰ ਇਹ ਲਿਸਟਾਂ ਭੇਜੀਆਂ ਨੇ, ਕਿਉਂਕਿ ਹਰ ਕਿਸੇ ਚੀਜ਼ 'ਚ ਸਾਡਾ ਇੰਟਰਸਟ ਨਹੀਂ ਹੁੰਦਾ, ਪਰ ਕਿਉਂਕਿ ਮੈਂ ਤੇ ਲਗਾਤਾਰ ਇਹਦੀ ਚੀਜ਼ ਨਾਲ ਟੱਚ ਨਹੀਂ ਰਹਿੰਦਾ ਕਿ ਕਿਹੜੇ ਪੇਪਰ ਹੋ ਗਏ ਕਿਹੜੇ ਨਹੀਂ, ਪਰ ਬੱਚਿਆਂ ਦੀਆਂ ਬਹੁਤ ਕਾਲਾਂ ਆਈਆਂ ਔਰ ਲਿਖ ਕੇ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਭੇਜੀਆਂ ਨੇ ਕਿ ਸਾਨੂੰ ਜੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ, ਸਾਡੀ ਉਮਰ ਲੰਘ ਜਾਏਗੀ। ਜੇ ਸਾਡੀ ਉਮਰ ਲੰਘ ਗਈ ਤਾਂ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ? ਕੀ ਸਰਕਾਰ ਉਮਰ ਵਧਾ ਦੇਗੀ? ਸਰਕਾਰ ਤਾਂ ਉਮਰ ਨਹੀਂ ਵਧਾਉਂਦੀਗੀ। ਜਿਵੇਂ ਮੰਨ ਲਓ ਜਿਹੜਾ ਬੱਚਾ ਅੱਜ ਮੰਨ ਲਓ 28 ਸਾਲ ਤੱਕ ਤੁਸੀਂ ਦੇ ਸਕਦੇ ਹੋ, 29 ਤੱਕ ਦੇ ਸਕਦੇ ਹੋ। ਜੇ ਤੁਹਾਡੀ ਉਮਰ ਲੰਘ ਗਈ, ਮੰਨ ਲਓ 2 ਮਹੀਨਿਆਂ 'ਚ ਕਿਸੇ ਦੀ ਉਮਰ ਲੰਘਦੀ ਹੋਵੇ, ਉਹਦਾ ਜਵਾਬ ਦੇ ਕਿਉਂ ਹੋਏਗਾ? ਉਹਦੇ ਲਈ ਤਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਚਲਾ ਗਿਆ। ਤਾਂ ਬੱਚਿਆਂ 'ਚ ਇਹਨਾਂ ਗੱਲਾਂ ਨੂੰ ਲੈ ਕੇ ਬਹੁਤ ਵੱਡਾ ਰੋਸ ਆ ਔਰ ਉਹਨਾਂ ਨੇ ਕਿਹਾ ਜਿਹੜੀਆਂ ਪ੍ਰੋਮਿਸਡ ਪੋਸਟਾਂ ਨੇ, ਜਿਹੜੀਆਂ ਮੈਨੀਫੈਸਟੋ 'ਚ ਵਾਅਦੇ ਕੀਤੇ ਗਏ, ਉਸ ਤੋਂ ਬਾਅਦ ਸਟੇਟਮੈਂਟਾਂ ਆਈਆਂ CM ਦੀਆਂ, ਕੈਪਟਨ ਅਮਰਿੰਦਰ ਸਿੰਘ ਦੀਆਂ, ਉਸ ਤੋਂ ਬਾਅਦ ਲਗਾਤਾਰ ਚਰਚਾ ਹੋਈ ਉਹਨਾਂ 'ਤੇ ਕਿ ਜਿਹੜੀਆਂ ਅਸੀਂ ਪੋਸਟਾਂ ਕੱਢ ਰਹੇ ਹਾਂ, ਜਿਵੇਂ ਸੀਨੀਅਰ ਅਸਿਸਟੈਂਟ ਦੀਆਂ, ਕੋਆਪਰੇਟਿਵ ਇੰਸਪੈਕਟਰ ਦੀਆਂ, ਫੂਡ ਇੰਸਪੈਕਟਰ ਦੀਆਂ, ਪੰਚਾਇਤ ਸੈਕਟਰੀ ਦੀਆਂ, ਇਹ ਪੋਸਟਾਂ ਦੇ ਬਾਰੇ ਵੀ ਕਿਹਾ ਗਿਆ ਕਿ ਪ੍ਰੋਮਿਸਡ ਕੀਤੀਆਂ ਗਈਆਂ ਨੇ
ਕਿ ਸਾਨੂੰ ਨਹੀਂ ਕਰਿਆ ਗਿਆ, ਕਿਉਂਕਿ ਪੇਪਰਾਂ ਦੇ ਬਾਰੇ ਮੈਂ ਸੱਚੀ ਮੇਰਾ ਉਹਨਾਂ ਇੰਟਰਸਟ ਨਹੀਂ ਹੈ, ਨਾ ਮੈਂ ਕਦੇ ਪੇਪਰ ਦਿੱਤਾ ਹੈਗਾ ਅਤੇ ਨਾ ਹੀ ਮੇਰਾ ਇੰਨਾ ਇੰਟਰਸਟ ਹੁੰਦਾ ਹੈਗਾ ਸ਼ੁਰੂ ਤੋਂ ਕਿਹੜੇ ਪੇਪਰ ਹੋ ਰਿਹਾ। ਜਿਵੇਂ ਮੈਂ ਕਹਿੰਦਾ ਵੀ ਹੁੰਦਾ ਕਿ ਇਕੱਲੀ ਠੀਕ ਹੈ ਸਰਕਾਰੀ ਨੌਕਰੀ ਸਰਕਾਰ ਦਾ ਕੰਮ ਹੈ ਵੈਲਫੇਅਰ ਸਟੇਟ ਦੇ ਤੌਰ 'ਤੇ ਨੌਕਰੀਆਂ ਦੇਵੇ, ਪਰ ਤੁਹਾਨੂੰ ਹੋਰ ਸੰਭਾਵਨਾਵਾਂ ਦੇਖਣੀਆਂ ਚਾਹੀਦੀਆਂ ਨੇ। ਬਹੁਤ ਵੱਡੀਆਂ ਸੰਭਾਵਨਾਵਾਂ ਪਈਆਂ ਹੁੰਦੀਆਂ ਨੇ ਸਾਰੇ ਕਿਤੇ ਕੰਮ ਕਰਨ ਦੀਆਂ, ਇਕੱਲੀ ਸਰਕਾਰੀ ਨੌਕਰੀ ਹੀ ਅਲਟਰਨੇਟਿਵ ਨਹੀਂ ਹੁੰਦੀ। ਪਰ ਇਹ ਮਸਲਾ ਇਹਨਾਂ ਦਾ ਹੈ ਜੈਨੂਅਨ ਮਸਲਾ, ਔਰ ਕਿਉਂਕਿ ਵੈਲਫੇਅਰ ਸਟੇਟ ਦਾ ਕੰਮ ਹੈ ਇਹ ਕਿ ਉਹ ਆਪਣੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਵੇ ਔਰ ਚੰਗਾ ਰੁਜ਼ਗਾਰ ਦੇਵੇ, ਜਿਹ 'ਚੋਂ ਇੱਕ ਸੈਲਫ ਰਿਸਪੈਕਟ ਦੇ ਨਾਲ ਆਪਣੀ ਜ਼ਿੰਦਗੀ ਜਿਉ ਸਕਣ। ਤਾਂ ਦੂਜੇ ਪਾਸੇ ਜਿਵੇਂ ਉਹਨਾਂ ਨੇ ਕਿਹਾ ਨੋਟੀਫਿਕੇਸ਼ਨ ਆਊਟ ਹੋਈ ਆ ਪਰ ਪੈਂਡਿੰਗ ਪੇਪਰ ਪਏ ਹੈਗੇ। ਅਸਿਸਟੈਂਟ ਜਿਹੜਾ ਫੋਰੈਸਟ ਆਫਿਸਰ ਆ ਕੋਈ ਉਹਦਾ ਪਿਆ ਹੈਗਾ, ਫੰਕਸ਼ਨਲ ਮੈਨੇਜਰ ਦਾ ਪਿਆ, ਜੁਆਇਨਿੰਗ ਸਾਡੀਆਂ ਪੈਂਡਿੰਗ ਪਈਆਂ ਨੇ, ਇਹ ਵੀ ਉਹਨਾਂ ਨੇ ਮੁੱਦਾ ਉਠਾਇਆ ਹੈਗਾ। PPSC ਦੇ ਜਿਹੜੇ PCS ਐਗਜ਼ੀਕਿਊਟਿਵ ਐਂਡ ਲਾਈਡ ਆ ਉਹਦਾ ਪਿਆ, ਪਟਵਾਰੀ ਦਾ ਪਿਆ, ਐਕਸਾਈਜ਼ ਤੇ SIDO ਜਿਹੜਾ ਇਹ ਸਾਰੇ ਜਿਹੜੀਆਂ ਜੁਆਇਨਿੰਗ ਪਈਆਂ ਨੇ। ਤਾਂ ਇਹ ਮਸਲੇ ਸਰਕਾਰ ਦੇ ਸਾਹਮਣੇ ਨੇ, ਕਿਉਂਕਿ ਕੋਡ ਆਫ ਕੰਡਕਟ ਸਭ ਨੂੰ ਡਰ ਹੈ। ਕੋਡ ਆਫ ਕੰਡਕਟ 45 ਦਿਨ ਪਹਿਲਾਂ ਲੱਗ ਜਾਂਦਾ ਹੁੰਦਾ ਚੋਣਾਂ ਤੋਂ, ਤਾਂ ਤੁਸੀਂ ਮੰਨ ਕੇ ਚਲੋ ਦਸੰਬਰ ਦੇ ਐਂਡ ਤੱਕ ਕੋਡ ਆਫ ਕੰਡਕਟ ਲੱਗ ਸਕਦਾ ਹੈਗਾ। ਤਾਂ ਉਹ ਜ਼ਰੂਰੀ ਹੈ ਕਿ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਇਹ ਸਾਰੇ ਮਸਲੇ ਜਿਹੜੀਆਂ ਭਰਤੀਆਂ ਰੱਦ ਹੋਈਆਂ ਪਿਛਲੇ ਦੌਰ 'ਚ, ਉਹ ਸਾਰੀਆਂ ਭਰਤੀਆਂ ਦੁਬਾਰਾ ਕੱਢ ਕੇ ਉਹਨਾਂ ਨੂੰ ਕਿਵੇਂ ਪੂਰਿਆ ਜਾ ਸਕਦਾ ਹੈਗਾ, ਕਿੰਨੀ ਜਲਦੀ ਉਹਦਾ ਪ੍ਰੋਸੈਸ ਚਲਾਇਆ ਜਾਵੇ। ਸਰਕਾਰ ਕੋਲ ਇਹ ਗੱਲ ਪਹੁੰਚਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਹ ਕਰਨਾ ਚਾਹੀਦਾ। ਦੂਜੇ ਪਾਸੇ ਜਿਹੜੀਆਂ ਵੀ ਉਹਨਾਂ ਦੀਆਂ ਸ਼ਿਕਾਇਤਾਂ ਨੇ ਕਿ ਜੇ ਪ੍ਰੋਮਿਸਡ ਪੋਸਟ ਸੀਗੀਆਂ, ਨੋਟੀਫਿਕੇਸ਼ਨ ਆਊਟ ਹੋਈ, ਪੇਪਰ ਪੈਂਡਿੰਗ ਪਿਆ ਗਾ, ਜੁਆਇਨਿੰਗ ਪੈਂਡਿੰਗ ਪਈਆਂ ਨੇ, ਇਹ ਮਸਲੇ ਨਿਬੜਨੇ ਚਾਹੀਦੇ ਨੇ, ਕਿਉਂਕਿ ਹੁਣ PPSC ਦੇ ਚੇਅਰਮੈਨ ਹੀ ਬਣ ਚੁੱਕੇ ਨੇ PPSC ਵਾਲਾ ਮਸਲਾ, ਜਾਂ ਜਿਹੜੇ ਹੋਰ ਵੀ ਆ। ਸਰਕਾਰ ਤਾਂ ਸਰਕਾਰ ਹੁੰਦੀ ਹੈ, ਦੇਖੋ ਸਰਕਾਰ ਕੋਲੇ ਜੇ ਵਿਲ ਪਾਵਰ ਹੋਵੇ ਨਾ ਕੁਝ ਵੀ ਔਖਾ ਨਹੀਂ ਹੁੰਦਾ। ਸਟੇਟ ਇੱਕੋ ਚੀਜ਼ ਹੁੰਦੀ ਹੈ, ਜੇ ਵਿਲ ਪਾਵਰ ਆ ਤੁਹਾਡੀ ਇੱਛਾ ਸ਼ਕਤੀ ਹੈ ਨਾ ਤਾਂ ਮਿੰਟੋ ਮਿੰਟ ਗੱਲਾਂ ਹੋ ਜਾਂਦੀਆਂ ਨੇ, ਕਿਉਂਕਿ ਇੱਕ ਆਰਡਰ 'ਤੇ ਗੱਲ ਹੋਣੀ ਹੁੰਦੀ ਹੈ ਤੁਹਾਡੇ 'ਤੇ। ਕੁਛ ਚੀਜ਼ਾਂ ਚਲੋ ਹਾਈ ਕੋਰਟ 'ਚ ਪਈਆਂ ਹੋਣਗੀਆਂ, ਜਿਵੇਂ ਹੁਣ ETT ਟੀਚਰਾਂ ਦੀ ਭਰਤੀ ਰੱਦ ਕਰਤੀ, ਉਹ ਸਾਰੀਆਂ ਹਾਈ ਕੋਰਟ ਦੇ ਅੰਦਰ ਜਾ ਕੇ ਰੱਦ ਹੋ ਜਾਂਦੇ ਨੇ। ਕੁਛ ਹਾਈ ਕੋਰਟ ਗਏ ਹੋਏ ਨੇ ਕੇਸ, ਉਹ ਅਲੱਗ ਮਸਲਾ। ਹਾਈ ਕੋਰਟ ਦੇ ਅੰਦਰ ਵੀ ਕੋਈ ਚੰਗਾ ਵਕੀਲ ਜਾ ਕੇ ਸਰਕਾਰ ਦੇ ਐਡਵੋਕੇਟ ਜਨਰਲ ਜਾ ਕੇ ਕਿਵੇਂ ਉਸ ਮਸਲੇ ਨੂੰ ਹੱਲ ਕਰਵਾਉਣ, ਇਹ ਵੀ ਸਰਕਾਰ ਦਾ ਫਰਜ਼ ਬਣਦਾ। ਇਸ ਕਰਕੇ ਜ਼ਰੂਰੀ ਹੈ ਸਰਕਾਰ ਇਹਨਾਂ ਬੱਚਿਆਂ ਦਾ ਭਵਿੱਖ ਆ ਜਿਹੜਾ, ਇਹਨਾਂ ਦੀ ਇੱਕ ਉਮਰ ਹੁੰਦੀ ਹੈ, ਇੱਕ ਉਮਰ ਤੱਕ ਹੀ ਉਹ ਨੌਕਰੀ ਮਿਲਦੀ ਹੈਗੀ, ਤਾਂ ਉਹ ਉਮਰ ਦੀ ਜਿਹੜੀ ਜਿਹੜਾ ਹੱਦ ਆ ਨੌਕਰੀ ਦੀ, ਉਹ ਜਲਦੀ ਤੋਂ ਜਲਦੀ ਇਹਨਾਂ ਨੂੰ ਕਰਨਾ ਚਾਹੀਦਾ। ਜਿਨ੍ਹਾਂ ਦੀ ਪੂਰੀ ਹੋਊਗੀ ਉਹਨਾਂ ਲਈ ਬਹੁਤ ਵੱਡਾ ਇੱਕ ਉਹ ਹੋਏਗਾ ਕਿ ਅਸੀਂ ਤਿਆਰੀਆਂ ਕਰਦੇ ਰਹਿ ਗਏ। ਔਰ ਬਹੁਤ ਮੈਂ ਦੇਖਦਾ ਜਿੰਨੇ ਵੀ ਪੇਪਰਾਂ ਦੀਆਂ ਤਿਆਰੀਆਂ ਕਰਦੇ ਨੇ, ਜਿਹੜੇ ਕਦੇ ਤੁਹਾਡੇ ਇਨ ਟੱਚ ਹੁੰਦੇ ਨੇਗੇ, ਬਹੁਤ ਸਾਰੇ ਆਪਾਂ ਦੇਖਦੇ ਆਂਗੇ ਦੋਸਤ ਮਿੱਤਰ, ਬਹੁਤ ਹੀ ਮਿਹਨਤ ਕਰਦੇ ਆ। ਇਹਦਾ ਸਾਧਨ ਵਾਲਾ ਕੰਮ ਹੈ, ਤਪ ਕਰਨ ਦਾ ਨਾ, ਜਿਵੇਂ ਤਪ ਕਰਨਾ ਪੈਂਦਾ। ਸਰਕਾਰੀ ਨੌਕਰੀ ਅੱਜ ਦੇ ਟਾਈਮ ਜਿਹੜੀ ਇਹ ਲੈਣ ਲਈ ਤਪ ਕਰਨਾ ਪੈਂਦਾ, ਯਾਨੀ ਤੁਹਾਨੂੰ ਸਭ ਕੁਝ ਛੱਡਣਾ ਪੈਂਦਾ, ਸੋਸ਼ਲ ਮੀਡੀਆ ਤੋਂ ਲੈ ਕੇ ਹਰ ਚੀਜ਼। ਮੈਂ UPSC ਦੀ ਤਿਆਰੀ ਕਰਦੇ ਆਪਣੇ ਦੋਸਤ ਦੇਖੇ ਨੇ, ਬਿਲਕੁਲ ਹੀ ਕੱਟ ਆਫ ਹੋ ਜਾਂਦੇ ਨੇ ਸਾਰੇ ਕਾਸੇ ਤੋਂ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਜਿਹੜੇ ਵੀ ਇੱਥੇ ਜਿਹੜੇ ਦੇਣਾ ਚਾਹੁੰਦੇ ਨੇ, ਜਿਹੜੇ ਦੇ ਕੇ ਕਲੀਅਰ ਹੋ ਚੁੱਕੇ ਨੇ, ਉਹਨਾਂ ਬੱਚਿਆਂ ਦੀ ਸੁਣੀ ਜਾਵੇ। ਜਿਹੜੇ ਵੀ ਉਹਨਾਂ ਦੇ, ਜਿਵੇਂ ਫੌਜੀਆਂ ਦਾ ਇੱਕ ਮਸਲਾ ਹੈਗਾ, ਜਿਹੜੇ ਫੌਜੀ ਨੇ, ਫੌਜੀਆਂ ਦੇ ਜਿਹੜਾ 33% ਇਹਨਾਂ ਨੇ ਵੂਮਨ ਕੋਟਾ ਕਰਤਾ, ਫੌਜੀਆਂ 'ਤੇ ਵੀ ਲਾਗੂ ਕਰਤਾ। ਹੁਣ ਫੌਜ 'ਚੋਂ ਤਾਂ ਵੂਮਨ ਉਸ ਆਉਂਦੀਆਂ ਹੀ ਨਹੀਂ ਗੀਆਂ। ਜਿਹੜੀਆਂ ਉਰੇ ਆਰਮੀ ਦਾ ਇੱਕ ਕੋਟਾ ਹੁੰਦਾ, ਜਿਹੜਾ ਬੰਦਾ ਰਿਟਾਇਰ ਹੋ ਕੇ ਆਉਂਦਾ ਉਹ ਭਰਤੀ ਹੁੰਦਾ, ਉਹ 'ਚ ਵੀ 33% ਕੋਟਾ ਇਹਨਾਂ ਨੇ ਲਾਗੂ ਕਰਤਾ। ਉਹ ਵੀ ਸੈਨਿਕ ਵਿਭਾਗ ਨੂੰ ਚਾਹੀਦਾ, ਜਿਹੜਾ ਪੰਜਾਬ ਸਰਕਾਰ ਦਾ ਜਾਂ ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹਨਾਂ ਦਾ ਵੀ ਮਸਲਾ ਸੁਣਿਆ ਜਾਵੇ, ਉਹਨਾਂ ਦਾ ਵੀ ਮਸਲਾ ਹੱਲ ਕੀਤਾ ਜਾਵੇ। ਉਹਨਾਂ ਦੀਆਂ ਵੀ ਜੁਆਇਨਿੰਗਾਂ ਇਸ ਕਰਕੇ ਪਈਆਂ ਨੇ ਕਿਉਂਕਿ 33% ਕੋਟਾ ਇੱਧਰ ਬਣਦਾ ਹੀ ਨਹੀਂਗਾ, ਯਾਨੀ ਉਹਨਾਂ ਨੇ ਦੇਤਾ ਕੋਟਾ ਜਦੋਂ ਹੈ ਹੀ ਨਹੀਂ, ਕੋਈ ਆ ਹੀ ਨਹੀਂ ਰਿਹਾ। ਤਾਂ ਤੁਸੀਂ ਜਦੋਂ ਆਰਮੀ ਦੇ ਅੰਦਰ ਜਦੋਂ ਵੂਮਨ ਜਾ ਹੀ ਨਹੀਂ ਰਹੀ ਤਾਂ ਤੁਸੀਂ ਕਿਵੇਂ ਨੁਮਾਇੰਦਗੀ ਦਿਓਗੇ? ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ। ਜਿਵੇਂ ETT ਦੀਆਂ ਭਰਤੀਆਂ ਰੱਦ ਕਰ ਰਹੀਆਂ ਨੇ ਹਾਈ ਕੋਰਟ ਨੇ, ਉਹਦੇ 'ਚ ਚੰਗੀ ਉੱਥੇ ਜਾ ਕੇ ਸਰਕਾਰ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਤਾਂ ਹਾਈ ਕੋਰਟ 'ਚ, ਜਾਂ ਫਿਰ ਜੇ ਰੱਦ ਹੋਈਆਂ ਨੇ ਕੋਈ ਨਵਾਂ ਰਾਹ ਕੱਢ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜੌਬਸ ਕੱਢਣੀਆਂ ਚਾਹੀਦੀਆਂ ਨੇ। ਅਤੇ ਜਿੰਨੇ ਬੇਰੁਜ਼ਗਾਰੀ ਬਹੁਤ ਵੱਡਾ ਇਸ਼ੂ ਆ ਪੰਜਾਬ 'ਚ, ਔਰ ਬੇਰੁਜ਼ਗਾਰੀ ਦੇ ਕਰਕੇ ਹੀ ਪਿਛਲੀ ਵਾਰ ਨਾਅਰਾ ਦਿੱਤਾ ਸੀ ਘਰ ਘਰ ਰੁਜ਼ਗਾਰ। ਇਸ ਕਰਕੇ ਜ਼ਰੂਰੀ ਹੈ ਕਿ ਰੁਜ਼ਗਾਰ ਤੱਕ ਪਹੁੰਚਿਆ ਜਾਵੇ, ਰੁਜ਼ਗਾਰ ਦਿੱਤਾ ਜਾਵੇ। ਇੱਕ ਇਹ ਵੀ ਸਵਾਲ ਵਾਰ-ਵਾਰ ਉੱਠਦਾ ਕਿ ਜਿਹੜਾ ਪੇਪਰਾਂ ਦਾ ਪੈਟਰਨ ਆ ਉਹਦੇ 'ਚ ਪਾਰਦਰਸ਼ਤਾ ਨਹੀਂ। ਪਾਰਦਰਸ਼ਤਾ ਤਾਂ ਆਪਾਂ ਦੇਖ ਹੀ ਲਿਆ। ਦੇਖੋ ਤਾਂ ਸਰਕਾਰ ਨੇ ਖੁਦ ਬੰਦੇ ਫੜ ਲਏ, ਕੇਸ ਦਰਜ ਹੋ ਗਏ, ਗੜਬੜਾਂ ਹੋਈਆਂ ਨੇਗੀਆਂ, ਕਈ ਪੇਪਰਾਂ 'ਚ ਹੋਈਆਂ ਨੇ, ਇੱਕ ਪੇਪਰ 'ਚ ਨਹੀਂ ਹੋਈਆਂ। ਸਬ ਇੰਸਪੈਕਟਰ ਵਾਲੇ 'ਚ ਸਵਾਲ ਉੱਠੇ, ਹੋਰ ਬਹੁਤ ਸਾਰਿਆਂ 'ਚ ਸਵਾਲ ਉੱਠੇ। ਇਸ ਕਰਕੇ ਜਿਹੜਾ ਇਹ ਫਰੋਡ ਕਰਨ ਵਾਲੇ ਬੰਦੇ ਆ, ਪਹਿਲਾਂ ਤਾਂ ਫਰੋਡ ਕਰਨ ਵਾਲਿਆਂ ਨੂੰ ਬੇਨਕਾਬ ਕਰਨਾ ਚਾਹੀਦਾ। ਵਧੀਆ ਕੰਮ ਕੀਤਾ ਸਰਕਾਰ ਨੇ, ਕਰਤਾ, ਪਰ ਇਹ ਹੁੰਦਾ ਹੀ ਕਿਉਂ ਆਗਾ? ਜਿਵੇਂ TCS ਆ ਜਿਹੜੀ ਟਾਟਾ ਦੀ ਕੰਪਨੀ ਆ, ਉਹ ਲੈਂਦੀ ਹੈ ਪੇਪਰ। ਉਹਦੇ ਬਾਰੇ ਵੀ ਬੱਚੇ ਸਵਾਲ ਖੜੇ ਕਰਦੇ ਆ ਕਿ ਨਹੀਂ ਇਹ ਕਿਉਂ ਲੈਂਦੀ ਹੈ, ਕਿ ਸਰਕਾਰ ਕੋਲੇ ਅਮਲਾ ਫੈਲਾ ਮੁੱਕ ਗਿਆ, ਜਿੱਥੇ ਇੱਥੇ ਸਰਕਾਰ ਨੇ ਪੇਪਰ ਲਿਆ ਠੀਕ ਹੋਇਆ। ਟਾਟਾ ਵਾਲੇ ਕਹਿ ਰਹੇ ਆ ਕਿ ਅਸੀਂ ਟਾਟਾ ਕੰਸਲਟੈਂਸੀ ਹੈ ਜਿਹੜੀ, ਕਿ ਜਿੱਥੇ ਅਸੀਂ ਲਏ ਆ ਉਹ ਬਿਲਕੁਲ ਠੀਕ ਲਏ ਆ, ਜਿਹੜੇ ਇਹਨਾਂ ਨੇ ਸੈਂਟਰ ਬਣਾਏ ਸੀ ਉੱਥੇ ਗੜਬੜ ਹੋ ਗਈ। ਇਹ ਮਾਮਲਾ ਵੀ ਹਾਈ ਕੋਰਟ 'ਚ ਵੀ ਇਹਦੇ 'ਤੇ ਸਪਸ਼ਟੀਕਰਨ ਦਿੱਤੇ ਗਏ ਨੇ। ਤਾਂ ਜ਼ਰੂਰੀ ਇਹ ਹੈਗਾ ਕਿ ਸਰਕਾਰ ਇੱਕ ਪਾਰਦਰਸ਼ੀ ਸਿਸਟਮ ਬਣਾਵੇ,
ਦੇਖੋ ਜਦੋਂ ਤੁਸੀਂ ਪਾਰਦਰਸ਼ਤਾ ਨਾਲ ਭਰਤੀ ਕਰੋਗੇ ਤੁਹਾਨੂੰ ਲੋਕ ਲਾਈਕ ਵੀ ਕਰਨਗੇ, ਕਹਿਣਗੇ ਯਾਰ ਇਹ ਸਰਕਾਰ ਨੇ ਚੰਗੀਆਂ ਭਰਤੀਆਂ ਕੀਤੀਆਂ, ਇਮਾਨਦਾਰੀ ਨਾਲ ਕੀਤੀਆਂ ਨੇ ਔਰ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕੀਤੀਆਂ ਨੇ। ਉਹਦਾ ਸਿਹਰਾ ਵੀ ਤੁਹਾਨੂੰ ਵੱਜੇਗਾ ਔਰ ਉਹਦਾ ਫਾਇਦਾ ਵੀ ਤੁਹਾਨੂੰ ਮਿਲੇਗਾ, ਕਿਉਂਕਿ ਵਿਦਿਆਰਥੀ ਦੇਖੋ ਅਲਟੀਮੇਟਲੀ ਜਿਹੜਾ ਕਮਿਊਨੀਕੇਸ਼ਨ ਮੈਂ ਕਹਿੰਦਾ ਹੁੰਦਾ ਨਾ, ਮੈਨ ਟੂ ਮੈਨ ਕਮਿਊਨੀਕੇਸ਼ਨ ਬਹੁਤ ਵੱਡਾ ਕਮਿਊਨੀਕੇਸ਼ਨ ਹੁੰਦਾ। ਦੁਨੀਆ ਦਾ ਸਭ ਤੋਂ ਵੱਡਾ ਸੰਚਾਰ ਮਾਧਿਅਮ ਬੰਦੇ ਤੋਂ ਬੰਦੇ ਤੱਕ ਗੱਲ ਜਾਣਾ। ਜਦੋਂ ਬੰਦੇ ਤੋਂ ਬੰਦੇ ਤੱਕ ਗੱਲ ਚੱਲਦੀ ਹੈ ਨਾ ਕਿਸੇ ਦੀ, ਉਹ ਫਿਰ ਕਿਤੇ ਦੀ ਕਿਤੇ ਪਹੁੰਚਦੀ ਹੈ। ਮਾਸ ਮੀਡੀਅਮ ਵੀ ਇੰਪੋਰਟੈਂਟ ਨੇ, ਪਰ ਉਹ ਗੱਲ ਜੇ ਚੰਗੀ ਹੋਏਗੀ ਤਾਂ ਚੰਗੇ ਤੱਕ ਲੱਗੇਗਾ ਇਹ ਸਰਕਾਰ ਨੇ ਬਹੁਤ ਵਧੀਆ ਭਰਤੀਆਂ ਕੀਤੀਆਂ ਨੇ। ਜਦੋਂ ਇਸ ਤਰ੍ਹਾਂ ਦਾ ਇੱਕ ਸੁਨੇਹਾ ਜਾਂਦਾ ਕਿ ਨਹੀਂ ਯਾਰ ਸਰਕਾਰ ਨੇ ਸਹੀ ਭਰਤੀਆਂ ਕੀਤੀਆਂ ਨੇ, ਸਹੀ ਬੱਚੇ ਰਿਕਰੂਟ ਹੋ ਕੇ ਆਏ ਨੇ, ਕੋਈ ਗੜਬੜ ਨਹੀਂ ਹੋਈ, ਕੋਈ ਕਰਪਸ਼ਨ ਨਹੀਂ ਹੋਈ, ਕੋਈ ਗੜਬੜ ਨਹੀਂ ਹੋਈ, ਕੋਈ ਜਿਹੜਾ ਇਸ ਤਰ੍ਹਾਂ ਦੀ ਧਾਂਦਲੀ ਨਹੀਂ ਹੋਈ ਪੇਪਰ ਕਰਵਾਉਣ 'ਚ ਜਾਂ ਕਰਨ 'ਚ, ਉਹ ਹੋਈਆਂ, ਫੜੇ ਗਏ, ਤਾਂ ਜ਼ਰੂਰੀ ਹੈ ਕਿ ਸਾਰੇ ਮਸਲਿਆਂ ਦਾ ਹੱਲ ਆ ਜਿਹੜਾ ਉਹ ਬਕਾਇਦਾ ਤੌਰ ਦੇ ਉੱਤੇ ਹੋਣਾ ਚਾਹੀਦਾ ਹੈ, ਤਾਂ ਕਿ ਇੱਕ ਸਰਕਾਰ 'ਤੇ ਵੀ ਵਿਸ਼ਵਾਸ ਬਣੇ ਲੋਕਾਂ ਦਾ। ਲੋਕਾਂ ਦੀ ਸਰਕਾਰ ਆ, ਲੋਕਾਂ ਨੇ ਚੁਣੀ ਆ, ਸਰਕਾਰ 'ਤੇ ਵਿਸ਼ਵਾਸ ਲੋਕਾਂ ਦਾ ਹੋਣਾ ਚਾਹੀਦਾ ਹੈਗਾ ਕਿ ਹਾਂ ਸਾਡੀ ਸਰਕਾਰ ਜੋ ਕਰੂਗੀ ਠੀਕ ਕਰੂਗੀ। ਔਰ ਦੂਸਰੀ ਗੱਲ, ਕਿਸੇ ਨਾਲ ਵੀ ਅਨਫੇਅਰ ਨਾ ਹੋਵੇ, ਕਿਸੇ ਨਾਲ ਵੀ ਕੋਈ ਗੜਬੜ ਨਾ ਹੋਵੇ, ਸਹੀ ਤਰੀਕੇ ਦੇ ਨਾਲ ਚੀਜ਼ਾਂ ਅੱਗੇ ਵਧਣ। ਰਾਖਵਾਂਕਰਨ ਨੂੰ ਲੈ ਕੇ ਵੀ ਵਾਰ-ਵਾਰ ਗੱਲ ਉੱਠਦੀ ਹੈ ਕਿ ਪੰਜਾਬੀਆਂ ਦਾ ਇੰਨੇ ਪ੍ਰਤੀਸ਼ਤ ਰਾਖਵਾਂਕਰਨ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ। ਅੱਜ ਵੀ ਕਿਸਾਨਾਂ ਦੇ ਨਾਲ ਜਦੋਂ ਮੀਟਿੰਗ ਹੁੰਦੀ ਹੈ ਸੀਐਮ ਦੀ, ਉਹਦੇ 'ਚ ਵੀ ਕਿਸਾਨ ਕਹਿੰਦੇ ਨੇ ਕਿ 80% ਰਾਖਵਾਂਕਰਨ ਦਿੱਤਾ ਜਾਵੇ। ਸੀਐਮ ਮੰਨਦੇ ਵੀ ਨੇ, ਲੱਗਦਾ ਲਾਗੂ ਹੋਊਗਾ ਫੈਸਲਾ? ਦੇਖੋ ਇਹ ਤਾਂ ਪਹਿਲਾਂ ਵੀ ਮਸਲਾ ਜਿਵੇਂ ਕਿਹਾ ਜਾਂਦਾ ਕਿ ਭਾਈ ਹਿਮਾਚਲ ਆ ਸਾਡੇ ਨਾਲ, ਹਰਿਆਣਾ ਲੱਗਦਾ, ਬਿਹਾਰ ਆ, ਹੋਰ ਥਾਵਾਂ ਨੇ, ਉੱਥੇ ਜਿਹੜੀ ਪ੍ਰਾਇਓਰਟੀ ਉਹ ਆਪਣੇ ਬੱਚਿਆਂ ਨੂੰ ਦਿੰਦੇ ਨੇ। ਔਰ ਰਾਜ ਇਸੇ ਕਰਕੇ ਬਣੇ ਸੀ, ਫੈਡਰਲ ਸਟਰਕਚਰ ਇਸੇ ਕਰਕੇ ਬਣਿਆ। ਇਹ ਨਹੀਂਗਾ ਕਿ ਕੋਈ ਦੂਜੇ ਸੂਬੇ ਦਾ ਆ ਜਾਊਗਾ ਕੋਈ ਗੁਨਾਹ ਹੈਗਾ। ਜਿਵੇਂ ਉੱਥੇ ਮਰਾਠੀ, ਜਿਵੇਂ ਸ਼ਿਵ ਸੈਨਾ ਕਰਦੀ ਹੁੰਦੀ ਸੀ ਕਿ ਜੇ ਜੀ ਮਰਾਠੀ ਮਾਨੂਸ਼ ਆ, ਜੇ ਕੋਈ ਹੋਰ ਆਓ ਅਸੀਂ ਕੁੱਟ ਦਾਂਗੇ, ਇਹ ਤਾਂ ਗਲਤ ਗੱਲ ਹੈਗੀ। ਪਰ ਇਹ ਹੈਗਾ ਕਿ ਹਰ ਰਾਜ 'ਤੇ ਇੱਕ ਆਪਣਾ ਹੱਕ ਹੈਗਾ। ਰਾਜ ਬਣੇ ਕਿਉਂ? ਇਸੇ ਕਰਕੇ ਬਣੇ ਨਾ। ਫੈਡਰਲ ਸਟਰਕਚਰ ਦੇ ਅੰਦਰ ਰਾਜਾਂ ਦਾ ਕਿਉਂ ਉਹ ਹੈਗਾ ਕਿ ਰਾਜਾਂ ਦੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹ ਰਾਜਾਂ 'ਚ ਰਹਿਣ, ਯਾਨੀ ਉਹਨਾਂ ਦੀ ਨੁਮਾਇੰਦਗੀ ਜ਼ਿਆਦਾ ਰਹੇ। ਇਸ ਕਰਕੇ ਜ਼ਰੂਰੀ ਹੈ ਹੋਵੇ। ਪਰ ਮੇਰਾ ਇੱਕ ਇਹਦੇ 'ਤੇ ਹੋਰ ਵਿਚਾਰ ਇਹ ਹੈਗਾ, ਹੋਰ ਵੀ ਕਈ ਲੋਕ ਕਹਿੰਦੇ ਆ ਕਿ ਜਿਹੜੀ ਅਨਸਕਿਲਡ ਲੇਬਰ ਆ ਗਈ, ਉਹ ਸਾਡੇ ਹੁਣ ਆਪਾਂ ਦੇਖਦੇ ਹਾਂ ਕਿੰਨੇ ਵੱਡੇ ਪੱਧਰ ਦੇ ਉੱਤੇ ਆ ਰਹੀ, ਜਿਹੜੀ ਨੌਲੇਜ ਵਾਲੀ ਲੇਬਰ ਆ ਗਈ, ਸਕਿਲਡ ਲੇਬਰ ਆ ਗਈ, ਇਹਦਾ ਕ੍ਰਾਈਸਿਸ ਕਿਤੇ ਖੜਾ ਨਾ ਹੋ ਜਾਏ। ਸਾਡੀ ਇੰਡਸਟਰੀ ਨੂੰ, ਸਾਡੇ ਖੇਤਾਂ 'ਚ ਵੀ ਆਪਾਂ ਦੇਖਦੇ ਹਾਂ ਕਿੰਨੇ ਲੋਕ ਆਉਂਦੇ ਨੇ ਕੰਮ ਕਰਨ। ਤਾਂ ਇਹੋ ਜਿਹਾ ਰੂਲ ਨਾ ਬਣਾ ਦਿੱਤਾ ਜਾਵੇ ਕਿ ਰੂਲ ਚਿਲਝਾਈ ਰੱਖੋ ਤੁਸੀਂ ਬੰਦਿਆਂ ਨੂੰ। ਕੱਲ੍ਹ ਨੂੰ ਸਰਕਾਰੀ ਨੌਕਰੀਆਂ 'ਚ, ਹੋਰ ਥਾਵਾਂ ਦੇ ਉੱਤੇ ਇਹ ਹੋਣਾ ਚਾਹੀਦਾ ਗਾ। ਵੱਡਾ ਹਿੱਸਾ ਰਾਜ ਇਸੇ ਕਰਕੇ ਬਣਦੇ ਆ। ਰਾਜ ਦੇ ਲੋਕਾਂ ਦਾ ਅਧਿਕਾਰ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਸਾਡਾ ਹੱਕ ਭਾਰਤ ਦੇ ਕਿਸੇ ਹੋਰ ਹਿੱਸਿਆਂ 'ਤੇ ਨਹੀਂ, ਜਾਂ ਹੋਰ ਹਿੱਸਿਆਂ ਦਾ ਹੱਕ ਸਾਡੇ ਇੱਥੇ ਨਹੀਂ ਹੈਗਾ। ਇਹ ਰਿਲੇਸ਼ਨ ਹੋਣਾ ਚਾਹੀਦਾ, ਇੱਕ ਪਿਆਰ ਦਾ, ਭਾਵਨਾ ਦਾ ਰਿਸ਼ਤਾ ਹੋਣਾ ਚਾਹੀਦਾ ਸਭ ਦਾ। ਪਰ ਇਹ ਨਹੀਂ ਹੋਣਾ ਚਾਹੀਦਾ ਕਿ ਇੱਥੋਂ ਦੇ ਬੰਦੇ ਇਗਨੋਰ ਹੋ ਜਾਣ, ਪੰਜਾਬੀ ਹੀ ਇਗਨੋਰ ਹੋ ਜਾਣ। ਇਹ ਗਲਤ ਗੱਲ ਆ। ਜਿਵੇਂ ਚੰਡੀਗੜ੍ਹ ਜਦੋਂ ਬਣਿਆ 60-40 ਦੀ ਰੇਸ਼ੋ ਵਾਲਾ ਬਣਿਆ ਕਿ 40 ਹਰਿਆਣੇ ਦਾ, 60 ਪੰਜਾਬ ਦਾ, ਬਾਅਦ 'ਚੋਂ ਇਗਨੋਰ ਕਰਕੇ ਇੱਥੇ ਤੇ ਪੰਜਾਬ ਦੇ ਜਿਹੜਾ ਨਿਯਮਾਂ ਦੀਆਂ ਧੱਜੀਆਂ ਉੱਡ ਗਈਆਂ। 60% ਰੇਸ਼ੋ ਪੰਜਾਬ ਦੀ ਉੱਡਦੀ ਰਹੀ, ਬਾਹਰ ਦੇ ਲੋਕ ਭਰਤੀ ਹੁੰਦੇ ਰਹੇ। ਤਾਂ ਇੱਕ ਹੱਕ ਬਣਦਾ, ਉਹ ਇੱਕ ਪ੍ਰਿੰਸੀਪਲੀ ਹੱਕ ਆ, ਇੱਕ ਸਿਧਾਂਤਕ ਹੱਕ ਹੈਗਾ। ਤਾਂ ਇੱਥੇ ਵੀ ਉਹ ਸਿਧਾਂਤਕ ਹੱਕ ਬਣਦਾ ਜਿਹੜਾ 80% ਵਾਲਾ ਫੈਸਲਾ ਲਾਗੂ ਹੋਣਾ ਚਾਹੀਦਾ। ਔਰ ਪਰ ਇਹਦੇ 'ਚ ਥੋੜ੍ਹਾ ਜਿਹਾ ਖੁੱਲ੍ਹਾ ਰੱਖਣਾ ਚਾਹੀਦਾ ਇਹਨੂੰ। ਜਿਵੇਂ ਮੈਂ ਕਹਿ ਰਿਹਾ ਗਾ ਕਿ ਜਿਵੇਂ ਨੌਲੇਜ ਵਾਲੀ ਲੇਬਰ ਆ ਜੀ ਸਾਨੂੰ ਚਾਹੀਦੀ ਆ, ਹੈ ਨਾ, ਅਨਸਕਿਲਡ ਲੇਬਰ ਆ ਜਿਹੜੀ ਸਾਨੂੰ ਚਾਹੀਦੀ ਆ, ਸਕਿਲਡ ਲੇਬਰ ਆ ਜਿਹੜੀ ਸਪੈਸੀਫਿਕ ਆ, ਜਿਹੜੀ ਸਾਡੇ ਕੋਲ ਨਹੀਂ ਹੈਗੀ, ਉਹਦਾ ਕੀ ਕਰੋਗੇ? ਤੁਹਾਡੀ ਇੰਡਸਟਰੀ ਤੋਂ ਲੈ ਕੇ ਬਹੁਤ ਸਾਰੇ ਤੁਹਾਡੇ ਮੀਡੀਅਮ ਨੇ, ਹੈ ਨਾ, ਤਾਂ ਉਹ ਜਿਵੇਂ ਉਹ ਆਉਣੇ ਚਾਹੀਦੇ ਨੇ। ਕਿਉਂ ਨਹੀਂ ਆਉਣੇ ਚਾਹੀਦੇ? ਜੇ ਅਸੀਂ ਇੱਥੋਂ ਜਾ ਕੇ, ਜਿਵੇਂ ਅਸੀਂ ਦਿੱਲੀ ਗਏ, ਉੱਥੇ ਚੈਨਲਾਂ 'ਚ ਨੌਕਰੀਆਂ ਕੀਤੀਆਂ, ਜਾਂ ਕਿਸੇ ਹੋਰ ਸਟੇਟ ਜਾ ਕੇ ਬੰਦੇ ਕਰ ਲੈ, ਉੱਥੋਂ ਦੇ ਆ ਕੇ ਇੱਥੋਂ ਦਿਆਂ 'ਚ ਕਰਨਾ ਚਾਹੁੰਦੇ ਆ, ਇਹਦੇ 'ਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਪਰ ਸਰਕਾਰੀ ਨੌਕਰੀਆਂ 'ਚ ਔਰ ਉਹਨੂੰ ਬੈਲੈਂਸ ਕਿਵੇਂ ਕਰਨਾ, ਇਹ ਸਰਕਾਰ ਦਾ ਕੰਮ ਆ ਕਿ ਇੱਥੋਂ ਦੇ ਲੋਕਾਂ ਨੂੰ ਇਹ ਨਾ ਮਹਿਸੂਸ ਹੋਵੇ ਯਾਰ ਸਾਡੀ ਹੀ ਸਟੇਟ 'ਚ ਅਸੀਂ ਆਪਣੇ ਘਰੇ ਹੀ ਇਗਨੋਰ ਹੋ ਗਏ। ਜਿਵੇਂ ਤੁਹਾਨੂੰ ਤੁਹਾਡੇ ਘਰੇ ਹੀ ਕੋਈ ਇਗਨੋਰ ਕਰਦੇ, ਤੁਹਾਨੂੰ ਸਭ ਤੋਂ ਗੁੱਸਾ ਚੜੂਗਾ ਤਾਂ ਮੇਰਾ ਘਰ ਆ, ਮੇਰੇ ਘਰੇ ਹੀ ਮੈਨੂੰ ਇਗਨੋਰ ਕਰਤਾ। ਇਹ ਗੱਲ ਗਲਤ ਆ। ਪਰ ਇਹ ਵੀ ਨਹੀਂ ਹੈਗਾ ਕਿ ਅਸੀਂ ਉਹਦੇ 'ਚ ਇੰਨਾ ਜ਼ਿਆਦਾ ਆਪਦੇ 'ਚ ਉਹਨੂੰ ਭਾਵਨਾਤਮਕ ਅਫਾਨ ਪੈਦਾ ਕਰ ਲਈਏ, ਕੋਈ ਆ ਜਾਊਗਾ ਤਾਂ ਐਂ ਹੋ ਜਾਊਗਾ। ਐਂ ਵੀ ਕੁਛ ਨਹੀਂ। ਅਸੀਂ ਵੀ ਦੁਨੀਆ ਦੇ ਸਾਰੇ ਹਿੱਸਿਆਂ ਜਾਂਦੇ ਹਾਂ, ਸਾਡੇ ਲੋਕ ਵੀ ਦੁਨੀਆ ਦੇ ਬਾਕੀ ਰਾਜਾਂ 'ਚ ਜਾਂਦੇ ਨੇ, ਨੌਕਰੀਆਂ ਕਰਦੇ ਨੇ, ਬੰਬੇ ਕਰਦੇ ਨੇ, ਸਾਊਥ ਇੰਡੀਆ 'ਚ ਕਰਦੇ ਨੇ, ਦਿੱਲੀ ਕਰਦੇ ਨੇ। ਅਤੇ ਇਸ ਕਰਕੇ ਜੇ ਕੋਈ ਇੱਥੇ ਆਉਂਦਾ ਉਹਦਾ ਵੀ ਕੋਈ ਮਸਲਾ ਨਹੀਂ ਗਾ, ਪਰ ਉਹਦਾ ਹੱਕ ਕਿਵੇਂ ਰਹੇ, ਆਪਦਾ ਹੱਕ ਐ ਨਾ ਲੱਗੇ ਕਿ ਸਾਡਾ ਹੱਕ ਖੋਲਿਆ। ਉਹ ਜ਼ਰੂਰ ਸਰਕਾਰ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ, ਉਹਦੇ 'ਤੇ ਪ੍ਰੈਕਟੀਕਲੀ ਉਸ ਮਸਲੇ ਨੂੰ ਲਾਗੂ ਕਰਨਾ ਚਾਹੀਦਾ। ਇੱਕ ਵਿਦਿਆਰਥੀ ਜਾਂ ਨੌਜਵਾਨ ਵਾਰ-ਵਾਰ ਮੰਗ ਕਰਦੇ ਆ ਕਿ ਵੇਟਿੰਗ ਲਿਸਟ ਜਾਰੀ ਕੀਤੀ ਜਾਵੇ ਨੌਕਰੀਆਂ ਦੀ, ਉਹ ਕਿਉਂ ਨਹੀਂ ਕੀਤੀ ਜਾਂਦੀ? ਦੇਖੋ ਵੇਟਿੰਗ ਲਿਸਟ 'ਚ ਇਹ ਹੈਗਾ, ਉਹਨਾਂ ਦਾ ਇਹ ਕਹਿਣਾ, ਵਿਦਿਆਰਥੀਆਂ ਦਾ ਇਹ ਮਸਲਾ ਵੀ ਵਿਦਿਆਰਥੀਆਂ ਨੇ ਵੱਡੇ ਪੱਧਰ 'ਤੇ ਸਾਨੂੰ ਭੇਜਿਆ ਕਿ ਸਾਡਾ ਜਿਹੜਾ ਵੇਟਿੰਗ ਲਿਸਟ ਵਾਲਾ ਮਸਲਾ, ਉਹਦੇ 'ਚ ਕੀ ਹੁੰਦਾ, ਮੰਨ ਲਓ ਇੱਕ ਨੌਕਰੀ ਆ, ਉਹ 'ਤੇ 4 ਜਣਿਆਂ ਨੇ ਅਪਲਾਈ ਕਰਤਾ, ਤੁਸੀਂ 4 ਨੌਕਰੀਆਂ 'ਤੇ ਅਪਲਾਈ ਕਰਤਾ, 4 'ਚੋਂ ਤੁਸੀਂ 4 'ਤੇ ਹੀ ਲੱਗੇ। ਮੰਨ ਲਓ ਤੁਹਾਡੇ 'ਚ ਕੈਲੀਬਰ ਆ, ਤੁਸੀਂ 4 'ਤੇ ਭਰਤੀ ਹੋ ਗਏ। 4 'ਤੇ ਭਰਤੀ ਹੋ ਗਏ ਤਾਂ ਤੁਸੀਂ ਜੁਆਇਨ ਤਾਂ ਇੱਕੋ ਹੀ ਕਰੋਗੇ ਨਾ, 4 ਤਾਂ ਕਰੋਗੇ ਨਹੀਂ, ਨੌਕਰੀ ਤਾਂ ਇੱਕੋ ਹੀ ਕਰੋਗੇ। ਜਿਹੜੀਆਂ 3 ਪਈਆਂ ਨੇ
ਜਿਨ੍ਹਾਂ ਤਿੰਨਾਂ 'ਚ ਤੁਹਾਡਾ ਨਾਂ ਆਇਆ ਸੀ ਉਹ ਖਾਲੀ ਰਹਿ ਜਾਣੀਆਂ। ਉਹ ਖਾਲੀ ਸਾਮੀਆਂ ਭਰੀਆਂ ਨਹੀਂ ਜਾਂਦੀਆਂ ਨਾਲ ਦੀ ਨਾਲ, ਉਹ ਫਿਰ ਪੈਂਡਿੰਗ ਕਿਵੇਂ ਅਗਲੇ 5 ਸਾਲਾਂ ਲਈ। ਨੌਕਰੀ ਦਾ ਆਪਾਂ ਨੂੰ ਪਤਾ ਜਿਹੜੀ ਸਰਕਾਰ ਆ ਗਈ ਉਹਨੇ ਆ ਕੇ ਨਹੀਂ ਕੱਢਣੀਆਂ। ਉਹਨੇ ਕੀ ਕਰਨਾ, ਜਦੋਂ ਸਰਕਾਰ ਬਿਲਕੁਲ ਐ ਚੋਣਾਂ ਦੇ ਨੇੜੇ ਕੱਢਣੀਆਂ ਤਾਂ ਕਿ ਲੋਕ ਖੁਸ਼ ਹੋ ਜਾਣ। ਇਹ ਹਰ ਸਰਕਾਰ ਕਰਦੀ ਆ, ਅਕਾਲੀ ਸਰਕਾਰ ਟਾਈਮ ਵੀ, ਕੈਪਟਨ ਟਾਈਮ ਵੀ, ਇਹ ਸਰਕਾਰ ਦੇ ਟਾਈਮ ਵੀ, ਮੋਦੀ ਦੀ ਹੋਵੇ, ਮਨਮੋਹਨ ਦੀ ਹੋਵੇ। ਇਹ ਹੁੰਦਾ ਕਿ ਲਾਸਟ ਦਿਨਾਂ 'ਚ ਤੁਸੀਂ ਨੌਕਰੀਆਂ ਲੋਕਾਂ ਨੂੰ ਖੁਸ਼ ਕਰ ਦਿਓ ਕਿ ਲਾਸਟ ਦਿਨਾਂ 'ਚ ਅਸੀਂ ਬਹੁਤ ਵੱਡੀਆਂ ਚੀਜ਼ਾਂ ਕਰ ਰਹੇ ਹਾਂਗੇ। ਇਹ ਬਚਾ ਕੇ ਰੱਖਦੇ ਨੇ ਉਹ ਕੋਟੇ ਨੂੰ। ਤਾਂ ਉਹ 5 ਸਾਲਾਂ 'ਤੇ ਗੱਲ ਪੈ ਜਾਂਦੀ। ਜਿਹੜੀਆਂ ਉਹ ਪੈਂਡਿੰਗ ਰਹਿ ਜਾਂਦੀਆਂ ਨੇ, ਜਿਹੜੀਆਂ ਉਹ ਵੇਟਿੰਗ 'ਚ ਰਹਿ ਜਾਂਦੀਆਂ ਨੇ, ਉਹ ਅਗਲੇ 5 ਸਾਲਾਂ 'ਤੇ ਪੈ ਜਾਂਦੀਆਂ ਨੇ ਜਾ ਕੇ। ਵੈਸੇ ਤਾਂ ਸਰਕਾਰੀ ਨੌਕਰੀਆਂ ਵੈਸੇ ਹੀ ਖਤਮ ਕਰਤੀਆਂ ਪੂਰੇ ਮਾਡਲ ਨੇ। ਜਿਹੜਾ ਨਿਊ ਇਕਨੋਮਿਕ ਮਾਡਲ ਆਇਆ ਇਹਨੇ ਪੂਰਾ ਬੇੜਾ ਗਰਕ ਕਰਤਾ ਇਸ ਗੱਲ ਦਾ ਕਿ ਪ੍ਰਾਈਵੇਟ ਹੀ ਸੈਕਟਰ ਸਾਰੇ ਕਿਤੇ ਲਿਆ ਕੇ ਵਾੜਤਾ। ਸਰਕਾਰ ਦਾ ਜਿਹਦਾ ਕੰਮ ਹੈਗਾ ਕਿ ਹਾਂ ਆਪਦੇ ਲੋਕਾਂ ਨੂੰ ਦੀ ਕੇਅਰ ਕਰਨਾ, ਆਪਦੇ ਲੋਕਾਂ ਦੀ ਜ਼ਿੰਮੇਵਾਰੀ ਕਰਨਾ, ਸਰਕਾਰ ਉਹ ਤੋਂ ਪਿੱਛੇ ਹਟ ਰਹੀ ਹੈ ਔਰ ਪਿਛਲੇ 20 ਸਾਲਾਂ ਤੋਂ ਪਿੱਛੇ ਹਟ ਰਹੀ ਹੈਗੀ। ਇਕੱਲੀ ਪੰਜਾਬ ਦੀ ਨਹੀਂ, ਦੇਸ਼ ਦੀ ਸਰਕਾਰ। ਅਸੀਂ ਦੇਖਿਆ ਸਰਕਾਰੀ ਖੇਤਰਾਂ ਦਾ ਕੀ ਹਾਲ ਹੈ, ਸਰਕਾਰੀ ਸਕੂਲਾਂ ਦਾ ਦੇਖ ਲਓ, ਸਰਕਾਰੀ ਕਾਲਜਾਂ ਦਾ ਦੇਖ ਲਓ, ਹਾਇਰ ਐਜੂਕੇਸ਼ਨ ਦੇਖ ਲਓ, ਹਸਪਤਾਲ ਦੇਖ ਲਓ, ਕਿੰਨਾ ਮਾੜਾ ਹਾਲ ਹੋਇਆ। ਤਾਂ ਉਹ ਇੱਕ ਤਾਂ ਇਹ ਜਿਹੜਾ ਪਿੱਛੇ ਹੱਥ ਖਿੱਚਿਆ ਇਹ ਮਾੜਾ ਹੈਗਾ। ਦੂਸਰਾ ਇਹ ਹੈਗਾ ਕਿ ਇਹ ਚੀਜ਼ ਨੂੰ ਇਸ ਤਰੀਕੇ ਦੇ ਨਾਲ ਜਦੋਂ ਨਹੀਂ ਲਿਆ ਜਾਂਦਾ, ਜਦੋਂ ਮਸਲੇ ਹੱਲ ਨਹੀਂ ਕੀਤੇ ਜਾਂਦੇ, ਤਾਂ ਫਿਰ ਲੋਕਾਂ 'ਚ ਰੋਹ ਪੈਦਾ ਹੁੰਦਾ। ਜਿਹੜੇ ਵੀ ਪੈਂਡਿੰਗ ਮਸਲੇ ਨੇ, ਜਿਵੇਂ ਵੇਟਿੰਗ ਲਿਸਟ ਵਾਲਾ ਪੈਂਡਿੰਗ ਮਸਲਾ ਹੈਗਾ, ਜਿਵੇਂ ਪਤਾ ਹੈਗਾ ਕਿ ਸਰਕਾਰੀ ਨੌਕਰੀਆਂ ਪਹਿਲਾਂ ਹੀ ਘੱਟ ਨਿਕਲਦੀਆਂ, ਪਰ ਜਿਹੜੀਆਂ ਨਿਕਲਦੀਆਂ ਨੇ ਉਹ ਮੌਕੇ 'ਤੇ ਦੇਣੀਆਂ ਚਾਹੀਦੀਆਂ ਨੇ। ਉਹ 'ਚ ਕਿਸੇ ਦੀ ਉਮਰ ਨਾ ਲੰਘੇ, ਉਹਦੇ 'ਚ ਹਰ ਬੰਦੇ ਨੂੰ ਇੱਕ ਬਣਦਾ ਹੱਕ ਆ ਉਹਦਾ। ਟਰਾਈ ਕਰੇ ਬੰਦਾ, ਠੀਕ ਹੈ, ਸਰਕਾਰੀ ਨੌਕਰੀਆਂ ਸਭ ਨੂੰ ਨਹੀਂ ਮਿਲ ਸਕਦੀਆਂ। ਦੁਨੀਆ ਦੇ ਕਿਸੇ ਮਾਡਲ 'ਚ ਵੀ ਸਰਕਾਰੀ ਨੌਕਰੀਆਂ ਸਭ ਨੂੰ ਨਹੀਂ ਮਿਲਦੀਆਂ। ਜ਼ਰੂਰੀ ਹੈ ਕਿ ਇਹਨਾਂ ਸਾਰੇ ਮਸਲਿਆਂ 'ਤੇ ਸਰਕਾਰ ਧਿਆਨ ਦੇਵੇ ਤਾਂ ਕਿ ਮਸਲਿਆਂ ਦਾ ਹੱਲ ਹੋਵੇ ਅਤੇ ਵਿਦਿਆਰਥੀ ਖੁਸ਼ ਹੋਣ। ਜੇ ਖੁਸ਼ ਹੋਣਗੇ ਤਾਂ ਸਰਕਾਰ ਦੀ ਹੀ ਇੱਕ ਲਈ ਮਤਲਬ ਚੰਗੀ ਗੱਲ ਹੋਏਗੀ, ਜੇ ਨਿਰਾਸ਼ ਹੋਣਗੇ ਤਾਂ ਸਰਕਾਰ ਲਈ ਮਾੜੀ ਗੱਲ ਹੋਏਗੀ। ਤਾਂ ਇਹਨਾਂ ਮਸਲਿਆਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਰੁਜ਼ਗਾਰ ਤੋਂ ਬਿਨਾਂ ਜਿਹੜਾ ਆ ਜਵਾਨੀ ਬੇਰੁਜ਼ਗਾਰ ਫਿਰਦੀ ਹੈ ਪੰਜਾਬ ਦੀ। ਤੇ ਇਹਨਾਂ ਮਸਲਿਆਂ ਦੇ ਵੱਲ ਧਿਆਨ ਦਿੱਤਾ ਜਾਵੇਗਾ ਜਾਂ ਨਹੀਂ ਦਿੱਤਾ ਜਾਵੇਗਾ, ਇਹ ਸਰਕਾਰ ਤੇ ਡਿਪੈਂਡ ਕਰਦਾ ਹੈ, ਵਿਲ ਪਾਵਰ ਤੇ ਡਿਪੈਂਡ ਕਰਦਾ ਹੈ।